ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਭਾਜਪਾ ਨੂੰ ਝਟਕਾ ਅਤੇ ਜਥੇਦਾਰ ਦਾ ਭਾਸ਼ਣ। ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਉੱਗੇ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਆਤਿਸ਼। ਹਮੀਰ ਜੀ, ਭਾਜਪਾ ਆਗੂ ਵੱਲੋਂ ਪੈਗੰਬਰ ਬਾਰੇ ਇਤਰਾਜ਼ਯੋਗ ਟਿੱਪਣੀ ਕਰਨ ਤੋਂ ਬਾਅਦ ਭਾਜਪਾ ਦੀ ਭਾਰਤ ਦੇਸ਼ ਨਹੀਂ ਦੁਨੀਆ ਭਰ ਦੇ ਵਿੱਚ ਆਲੋਚਨਾ ਹੋ ਰਹੀ ਹੈ। ਥਾਂ ਥਾਂ 'ਤੇ ਰੋਸ ਪ੍ਰਦਰਸ਼ਨ ਹੋ ਰਹੇ ਹੈ। ਭਾਵੇਂ ਭਾਜਪਾ ਵੱਲੋਂ ਦੋਵਾਂ ਆਗੂਆਂ ਨੂੰ ਜਿਹੜਾ ਹੈਗਾ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ, ਪਰ ਉਸ ਦੇ ਬਾਵਜੂਦ ਮੁਸਲਿਮ ਦੇਸ਼ਾਂ ਦੇ ਵਿੱਚ ਰੋਸ ਪ੍ਰਦਰਸ਼ਨ ਜਾਰੀ ਹੈ, ਭਾਜਪਾ ਦਾ ਵਿਰੋਧ ਹੋ ਰਿਹਾ। ਅਸੀਂ ਜਾਣਨਾ ਚਾਹਾਂਗੇ ਇਹ ਕੀ ਟਿੱਪਣੀ ਕੀਤੀ ਗਈ ਸੀ, ਪੂਰਾ ਮਾਮਲਾ ਕੀ ਸੀ? ਅਸਲ ਦੇ ਵਿੱਚ ਜਿਹੜੇ ਮਾਮਲੇ ਸਾਡੇ ਦੇਸ਼ ਦੇ ਵਿੱਚ ਚੱਲਦੇ ਨੇ, ਆਲਰੇਡੀ ਉਹ ਮੰਦਰ ਦੇ ਮਸਜਿਦ ਦਾ ਵਿਵਾਦ ਚੱਲ ਰਿਹਾ ਹੈ। ਗਿਆਨਵਾਪੀ ਜਿਹੜਾ ਮੰਦਰ ਹੈ, ਭਾਰਤੀ ਜਨਤਾ ਪਾਰਟੀ ਦੀ ਰਾਸ਼ਟਰੀ ਸਪੋਕਸਪਰਸਨ ਹੈ ਨੂਪੁਰ ਸ਼ਰਮਾ, ਇੱਕ ਟੀਵੀ ਡਿਬੇਟ ਦੇ ਵਿੱਚ ਉਹਨੇ ਹਜ਼ਰਤ ਮੁਹੰਮਦ ਸਾਹਿਬ 'ਤੇ ਕੁਝ ਸ਼ਾਨ ਦੇ ਖਿਲਾਫ ਟਿੱਪਣੀਆਂ ਕੀਤੀਆਂ ਇਸ ਲੈਵਲ ਦੀਆਂ। ਅਤੇ ਉਸ ਤੋਂ ਬਾਅਦ ਜਿਹੜੇ ਉਹਨਾਂ ਦਾ ਮੀਡੀਆ ਇੰਚਾਰਜ ਜੇ ਉੱਥੇ ਜਿੰਦਲ, ਨਵੀਨ ਕੁਮਾਰ ਜਿੰਦਲ, ਉਹਨਾਂ ਨੇ ਆਪਣੇ ਟਵਿੱਟਰ ਹੈਂਡਲ 'ਤੇ ਕੁਛ ਟਿੱਪਣੀਆਂ ਪਾਈਆਂ। ਉਹਨਾਂ ਨੇ ਬਿਆਨ ਦਿੱਤਾ ਸੀ ਪਹਿਲਾਂ ਤਾਂ ਚੱਲਿਆ ਕੰਮ, ਇੱਥੇ ਮਾੜਾ ਮੋਟਾ ਚੱਲਿਆ, ਚਲੋ ਉਹ ਫਿਰ ਲਾਜ਼ਮੀ ਹੈ ਕਿ ਜਦੋਂ ਕੋਈ ਸੰਵੇਦਨਸ਼ੀਲ ਮੁੱਦਾ ਹੁੰਦਾ ਹੈ ਉਹ ਸਾਰੇ ਕਿਤੇ ਜਾਂਦਾ ਹੈ। ਤਾਂ ਵੱਖ-ਵੱਖ ਦੇਸ਼ਾਂ ਨੇ ਪ੍ਰਤੀਕਿਰਿਆ ਦਿੱਤੀ। ਵੱਖ-ਵੱਖ ਦੇਸ਼ਾਂ ਦੀ ਪ੍ਰਤੀਕਿਰਿਆ ਤੋਂ ਬਾਅਦ ਫਿਰ ਇਹਨਾਂ ਨੇ ਮੁਅੱਤਲ ਕਰਤੇ ਦੋਨੋਂ ਆਗੂ ਨੇ ਜਿਹੜੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ। ਇੱਕ ਨੂੰ ਤਾਂ ਹੁਣ ਬਰਖਾਸਤ ਕਰਤਾ ਮੀਡੀਆ ਇੰਚਾਰਜ ਨੂੰ, ਅਤੇ ਉਹ ਅਜੇ ਮੁਅੱਤਲ ਹੈ। ਹੁਣ ਮੰਗ ਇਹ ਹੋ ਰਹੀ ਹੈ, ਜਿਹੜੇ ਵੱਡੇ ਪੱਧਰ 'ਤੇ ਦੇਸ਼, ਕਈ 3 ਦੇਸ਼ਾਂ ਨੇ ਤਾਂ ਸਾਡੇ ਡਿਪਲੋਮੈਟਸ ਨੂੰ ਬੁਲਾ ਕੇ ਗੱਲ ਕਹੀ ਹੈ ਵੀ ਇਹ ਕੀ ਹੋ ਰਿਹਾ ਹੈ, ਜਿਹੜਾ ਇਹਦੇ ਨਾਲ ਤੁਹਾਡਾ ਜਿਹੜਾ ਆਰਥਿਕ ਤੌਰ ਦੇ ਉੱਤੇ ਵੀ ਸਾਡੇ ਸੰਬੰਧਾਂ 'ਤੇ ਅਸਰ ਪਏਗਾ, ਬੜੀ ਵਾਰੀ ਉਹ ਹੁੰਦਾ। ਔਰ ਇਹ ਸਾਰੇ ਜਿਹੜੇ ਖਾੜੀ ਦੇ ਕੰਟਰੀ ਨੇ, ਉੱਥੇ ਇੱਕ ਆਵਾਜ਼ ਇਹ ਵੀ ਸੋਸ਼ਲ ਮੀਡੀਆ 'ਤੇ ਉੱਠ ਖੜੀ ਹੈ ਬੜੇ ਵੱਡੇ ਪੱਧਰ ਦੇ ਉੱਤੇ ਕਿ ਕੋਈ ਵੀ ਲੈਣ ਦੇਣ ਭਾਰਤ ਨਾਲ ਬੰਦ ਕਰ ਦਿੱਤਾ ਜਾਵੇ, ਜਿਹੜਾ ਜੇਕਰ ਮਾਫੀ ਨਹੀਂ ਮੰਗਦੀ ਸਰਕਾਰ। ਹੁਣ ਉਹ ਮਾਫੀ ਦਾ ਦਬਾਅ ਲਗਾਤਾਰ ਇੱਕ ਟਾਈਪ ਦਾ ਪੈ ਰਿਹਾ। ਇੱਕ ਖਾਸ ਤੌਰ 'ਤੇ 57 ਉਹ ਦੇਸ਼ ਨੇ ਜਿਹੜੇ ਇੱਕ ਆਰਗੇਨਾਈਜੇਸ਼ਨ ਬਣੀ ਹੈ OIC, ਆਰਗੇਨਾਈਜੇਸ਼ਨ ਆਫ ਇਸਲਾਮਿਕ ਕੋਆਪਰੇਸ਼ਨ। ਉਹ ਦੇਸ਼ਾਂ ਨੇ ਇੱਕ ਬਿਆਨ ਦੇ ਕੇ ਇਹ ਕਿਹਾ ਕਿ ਜਾਂ ਤਾਂ ਸਿੱਧੀ ਤਰ੍ਹਾਂ ਮਾਫੀ ਮੰਗਣ ਦਾ ਸਵਾਲ ਹੈ, ਅਤੇ ਨਹੀਂ ਇਹਦੇ ਦੂਰ ਰਸ ਛਿੱਟੇ ਜਿਹੜੇ ਹੋਣਗੇ, ਕਿਉਂਕਿ ਸਾਰੇ ਦੇਸ਼ ਮਿਲ ਕੇ ਉਹ ਗੱਲ ਕਰਨਗੇ। ਔਰ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲਾ ਦਾ ਇਹੀ ਗੱਲ ਹੈ, ਉਹਨਾਂ ਨੇ ਕਿਹਾ ਕਿ ਅਸੀਂ ਉਹ ਬੰਦੇ ਜਿਹੜੇ ਪਾਰਟੀ ਨੇ ਸਸਪੈਂਡ ਕਰਤੇ ਨੇ, ਇਹ ਸਰਕਾਰ ਦਾ ਨਜ਼ਰੀਆ ਨਹੀਂ ਹੈ, ਉਹ 2 ਬੰਦਿਆਂ ਦਾ ਨਜ਼ਰੀਆ। ਸਰਕਾਰ ਦਾ, ਜਿਵੇਂ ਪਹਿਲਾਂ ਹੀ ਉਹਨਾਂ ਦੀ ਪਾਰਟੀ ਨੇ ਵੀ ਕਿਹਾ, ਅਸੀਂ ਸੰਵਿਧਾਨ 'ਚ ਵੀ ਯਕੀਨ ਰੱਖਦੇ ਹਾਂ, ਅਸੀਂ ਸਾਰੇ ਧਰਮਾਂ 'ਚ ਯਕੀਨ ਰੱਖਦੇ ਹਾਂ, ਅਸੀਂ ਕਿਸੇ ਦੀ ਸ਼ਾਨ ਦੇ ਖਿਲਾਫ, ਕਿਸੇ ਸ਼ਖਸੀਅਤ ਦੇ ਨਹੀਂ ਬੋਲਣਾ ਚਾਹੁੰਦੇ, ਇਹ ਵਿਆਖਿਆਵਾਂ ਨੇ। ਪਰ ਅਜੇ ਮਾਮਲਾ ਸੁਲਝ ਨਹੀਂ ਰਿਹਾ, ਕਿਉਂਕਿ ਮਾਮਲਾ ਜ਼ਿਆਦਾ ਤੂਲ ਫੜ ਗਿਆ। ਜਦੋਂ ਇੰਨੇ ਮਿਲ ਕੇ ਦੇਸ਼ ਜਾਂ ਇੰਨੀਆਂ ਚੀਜ਼ਾਂ ਉਹ ਹੋਣਗੀਆਂ ਤਾਂ ਦੇਸ਼ ਮਾਫੀ ਮੰਗੇ ਕਿ ਸਾਡੇ ਦੇਸ਼ ਦੇ ਵਿੱਚ ਇੱਕ ਹੋਰ ਗੱਲ, ਨਵੀਂ ਕੰਟਰੋਵਰਸੀ ਪੈਦਾ ਹੋ ਗਈ। ਉਹ ਇਹ ਹੈ ਕਿ ਦੇਸ਼ ਕਿਉਂ ਮਾਫੀ ਮੰਗੇਗਾ ਜੀ। ਕਾਂਗਰਸ ਇਹ ਕਹਿ ਰਹੀ ਹੈ ਕਿ ਦੇਸ਼ ਕਿਉਂ ਮਾਫੀ ਮੰਗੂਗਾ। ਗਲਤੀ BJP ਔਰ BJP ਦੇ ਸਪੋਕਸਪਰਸਨ ਨੇ ਕੀਤੀ ਹੈ। ਭਾਰਤੀ ਜਨਤਾ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੂੰ ਮਾਫੀ ਮੰਗਣੀ ਚਾਹੀਦੀ ਹੈ। ਬਾਕੀ ਦੇਸ਼ ਇਹ ਕਹਿ ਰਹੇ ਨੇ ਕਿ ਘੱਟੋ ਘੱਟ ਪ੍ਰਧਾਨ ਮੰਤਰੀ ਦੇ ਲੈਵਲ 'ਤੇ, ਪ੍ਰਧਾਨ ਮੰਤਰੀ ਦੇਸ਼ ਦਾ ਪ੍ਰਧਾਨ ਮੰਤਰੀ ਹੈ, ਨਾਲ ਉਹ BJP ਦੇ ਵੀ ਸਭ ਤੋਂ ਵੱਡੇ ਆਗੂ ਦੇ ਤੌਰ 'ਤੇ ਜਾਣੇ ਜਾਂਦੇ ਨੇ, ਉਹ ਆਪਣੇ ਵੱਲੋਂ ਜੇਕਰ ਇਹਦੀ ਨਿੰਦਾ ਨਹੀਂ ਕਰਦੇ, ਉਨਾ ਚਿਰ ਇਹ ਮਾਮਲਾ ਅਜੇ ਚੱਲ ਰਿਹਾ ਹੈ। ਅਜੇ ਤੱਕ ਮੈਨੂੰ ਨਹੀਂ ਲੱਗਦਾ ਕਿ ਦੇਸ਼ ਦੇ ਗ੍ਰਹਿ ਮੰਤਰੀ ਔਰ ਪ੍ਰਧਾਨ ਮੰਤਰੀ ਔਰ ਵਿਦੇਸ਼ ਮੰਤਰੀ ਇਹਨਾਂ 'ਚੋਂ ਕਿਸੇ ਨੇ ਕੋਈ ਗੱਲ ਕਹੀ ਹੈ ਜੀ। ਹਜੇ ਤੱਕ ਤਾਂ ਪਾਰਟੀ ਨੂੰ ਹੀ ਕਹਿਤਾ ਕਿ ਇਹ ਦੁਆ ਹੈ। ਔਰ ਪਰ ਇਹ ਪਹਿਲੀ ਵਾਰ ਹੋਇਆ ਬੜੇ ਲੰਮੇ ਸਮੇਂ ਬਾਅਦ ਕਿ BJP ਜਿਸ ਢੰਗ ਨਾਲ ਵਿਵਹਾਰ ਕਰ ਰਹੀ ਹੈ ਦੇਸ਼ ਦੇ ਅੰਦਰ, ਸੰਵਿਧਾਨ ਦੇ ਪੱਖ ਤੋਂ ਵੀ ਔਰ ਘੱਟ ਗਿਣਤੀਆਂ ਦੇ ਪੱਖ ਤੋਂ ਵੀ, ਔਰ ਉਹ ਬਾਵਜੂਦ ਆਪਣਾ ਸਾਰਾ ਤਾਕਤ ਦਾ ਇਸਤੇਮਾਲ ਕਰਕੇ ਜਾਂ ਉਹਨਾਂ ਲੋਕਾਂ ਦੇ ਸਰਪ੍ਰਸਤੀ ਕਰਕੇ ਜਿਹੜੇ ਲੋਕ ਇੱਕ ਖਾਸ ਵਰਗ ਦੇ ਖਿਲਾਫ, ਮੁਸਲਿਮ ਭਾਈਚਾਰੇ ਦੇ ਖਿਲਾਫ ਲਗਾਤਾਰ, ਕਦੇ ਉਹ ਕਤਲ ਦਾ ਮਾਮਲਾ ਹੋਵੇ, ਗਊ ਹੱਤਿਆ ਦਾ ਮਾਮਲਾ ਹੋਵੇ, ਲਵ ਜਹਾਦ ਦਾ ਮਾਮਲਾ ਹੋਵੇ, ਡਿਫਰੈਂਟ ਟਾਈਪ ਦੇ ਮਾਮਲਿਆਂ ਦੇ ਵਿੱਚ, ਕਦੇ ਆ ਛੋਟੇ ਮੋਟੇ ਜਿਹੜੇ ਇੱਕ ਦੰਗੇ ਹੋਏ, ਉਹਨਾਂ ਦੰਗਿਆਂ ਦੇ ਵਿੱਚੋਂ ਬਲਡੋਜ਼ਰ ਨਾਲ UP ਦੇ ਵਿੱਚ, ਮੱਧ ਪ੍ਰਦੇਸ਼ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਘਰ ਢਾਉਣ ਦਾ ਮਾਮਲਾ ਹੋਵੇ। ਹੁਣ ਵੀ ਅਜੇ ਇੱਕ ਮਾਮਲਾ ਚੱਲ ਰਿਹਾ ਸੀ ਜਿਹਦੇ 'ਚ ਬਿਆਨ ਦਿੱਤਾ ਕਿ ਘਰ ਢਾਉਣ ਦਾ ਉਹ ਮਾਮਲਾ ਹੈ, ਜਿੱਥੇ ਕੋਈ ਚੈਲੰਜ ਨਹੀਂ ਸੀ BJP ਨੂੰ, ਚੁਣੌਤੀ ਨਹੀਂ, ਸਰਕਾਰ ਨੇ ਕਦੇ ਪਿੱਛੇ ਮੁੜ ਕੇ ਦੇਖਿਆ ਨਹੀਂ ਵੀ ਅਸੀਂ ਕੁਝ ਗੱਲ ਕਰ ਲਈਏ। ਪਰ ਕਿਉਂਕਿ ਅੰਤਰਰਾਸ਼ਟਰੀ ਭਾਈਚਾਰੇ ਦੇ ਵਿੱਚ ਹੁਣ ਇਹ ਗੱਲ ਨਿਕਲ ਗਈ ਹੈ, ਭਾਜਪਾ ਸਰਕਾਰ ਪਹਿਲੀ ਵਾਰ ਬੈਕਫੁੱਟ 'ਤੇ ਹੈ। ਔਰ ਸ਼ਾਇਦ ਇਹ ਅਹਿਸਾਸ ਉਹਨੂੰ ਕਰਨਾ ਵੀ ਚਾਹੀਦਾ ਕਿ ਮਾਮਲੇ ਸਾਰੇ ਜ਼ਰੂਰੀ ਨਹੀਂ ਆ ਤੁਹਾਡੀ ਇੱਛਾ ਮੁਤਾਬਕ ਚੱਲਦੇ ਹੋਣ, ਕਈ ਵਾਰ ਉਹ ਤੋਂ ਬਾਹਰ ਵੀ ਨਿਕਲ ਜਾਂਦੇ ਨੇ, ਉਹਨਾਂ ਬਾਰੇ ਸੰਵੇਦਨਸ਼ੀਲ ਤਰੀਕੇ ਨਾਲ ਸੋਚਣ ਦੀ ਲੋੜ ਹੁੰਦੀ ਹੈ ਜੀ। ਹਮੀਰ ਜੀ, ਜਿਵੇਂ ਤੁਸੀਂ ਦੱਸਿਆ ਵੀ ਕਿ
ਇਹ ਜਿੱਥੇ ਕੌਮਾਂਤਰੀ ਪੱਧਰ ਤੇ ਭਾਜਪਾ ਦਾ ਵਿਰੋਧ ਹੋ ਰਿਹਾ, ਉੱਥੇ ਦੇਸ਼ ਦੇ ਵਿੱਚ ਵੀ ਲਗਾਤਾਰ ਕਈ ਵਾਰ ਦੋਸ਼ ਲੱਗਦਾ ਰਿਹਾ ਵੀ ਕਿ ਭਾਜਪਾ ਜਿਹੜਾ ਗੈਰ ਹਿੰਦੂ ਲੋਕਾਂ ਨਾਲ ਧੱਕੇਸ਼ਾਹੀ ਕਰਦੀ ਹੈ। ਜਿਵੇਂ ਤੁਸੀਂ ਬੁਲਡੋਜ਼ਰ ਦੀ ਗੱਲ ਕੀਤੀ ਹੈ, ਹੋਰ ਵੀ ਇਸ ਤਰ੍ਹਾਂ ਦੀ ਕਈ ਘਟਨਾਵਾਂ ਦੇਖਣ ਨੂੰ ਮਿਲੀਆਂ। ਇਸ ਨਾਲ ਭਾਜਪਾ ਦੇ ਰਵੱਈਆ ਜਿਹੜਾ ਅਪਣਾ ਰਹੀ ਹੈ, ਉਸ ਨੂੰ ਕਿਵੇਂ ਦੇਖੋਗੇ? ਉਹਦੇ 'ਚ ਸ਼ੁਰੂ ਤੋਂ ਹੀ ਇੱਕ ਗੱਲ ਤਾਂ, ਇੱਕ ਮਾਹੌਲ ਤਾਂ ਬਣ ਹੀ ਰਿਹਾ ਦੇਸ਼ ਦੇ ਵਿੱਚ। ਮਾਹੌਲ ਇਹ ਬਣ ਰਿਹਾ ਕਿ ਜਿਹੜੇ ਬੰਦੇ ਬੀਜੇਪੀ ਨਾਲ ਹੋਣਗੇ ਉਹਨਾਂ ਖਿਲਾਫ ਨਾ ਆਰਥਿਕ ਪੱਧਰ 'ਤੇ, ਨਾ ਸਮਾਜਿਕ, ਨਾ ਧਾਰਮਿਕ ਪੱਧਰ 'ਤੇ ਕੁਝ ਨਹੀਂ ਹੋਏਗਾ ਜੀ। ਜਿਵੇਂ ਜਿਹੜੇ ਬੰਦੇ ਦੂਜੀਆਂ ਪਾਰਟੀਆਂ 'ਚ ਨੇ ਉਹਨਾਂ ਖਿਲਾਫ ਈਡੀ, ਉਹਨਾਂ ਖਿਲਾਫ ਆਈਬੀ, ਉਹਨਾਂ ਖਿਲਾਫ ਸੀਬੀਆਈ ਸਭ ਕੁਝ ਵਰਤਿਆ ਜਾ ਰਿਹਾ। ਬਿਲਕੁਲ। ਜਦ ਉਹੀ ਬੰਦੇ ਪਾਲਾ ਬਦਲ ਕੇ ਭਾਜਪਾ ਵੱਲ ਚਲੇ ਜਾਂਦੇ ਨੇ, ਫਿਰ ਉਹਨਾਂ 'ਤੇ ਕੋਈ ਮੁਕੱਦਮਾ ਨਹੀਂ, ਕੋਈ ਉਹ ਕਰਪਟ ਨਹੀਂ ਰਹਿੰਦੇ, ਕੋਈ ਉਹਨਾਂ ਨੇ ਕੋਈ ਬਦਮਾਸ਼ੀ ਨਹੀਂ ਕੀਤੀ ਹੁੰਦੀ, ਫਿਰ ਉਹ ਠੀਕ ਠਾਕ ਹੋ ਜਾਂਦੇ ਨੇ ਜੀ। ਔਰ ਇਸੇ ਤਰ੍ਹਾਂ ਜਿਹੜੇ ਬਾਕੀ ਦੇ ਸਮਾਜਿਕ ਮਾਮਲੇ ਨੇ ਜਾਂ ਧਾਰਮਿਕ ਮਾਮਲੇ ਨੇ, ਜੇ ਦੋ ਧਿਰਾਂ ਦੇ ਵਿੱਚ ਕੋਈ ਮਾਮਲਾ ਬਣ ਜਾਂਦਾ ਹੈ, ਜਿਵੇਂ ਦਿੱਲੀ ਦੇ ਵਿੱਚ ਹੋਇਆ ਸੀਗਾ ਚੋਣਾਂ ਦੇ ਵੇਲੇ, ਜਾਂ ਸ਼ਹੀਨ ਬਾਗ ਦੇ ਅੰਦੋਲਨ ਦੇ ਦੌਰਾਨ ਹੋਇਆ, ਜਾਂ ਵੱਖ-ਵੱਖ ਥਾਵਾਂ 'ਤੇ, ਭਾਰਤ ਦਾ ਸੰਵਿਧਾਨ ਤਾਂ ਇਹ ਕਹਿੰਦਾ ਕਿ ਸਭ ਧਰਮਾਂ ਨੂੰ ਬਰਾਬਰ ਦੇ ਨਜ਼ਰੀਏ ਨਾਲ ਦੇਖਣ ਦਾ ਸਵਾਲ ਹੈ। ਆਪੋ ਆਪਣੇ ਧਰਮ ਦੀ ਪੂਜਾ ਕਰਨ ਦੀ ਆਜ਼ਾਦੀ ਹੈ, ਦੂਜੇ 'ਚ ਦਖਲ ਦੇਣ ਦੀ ਮਨਾਹੀ ਹੈ। ਘੱਟੋ ਘੱਟ ਜੇਕਰ ਜਾ ਕੇ ਕੋਈ ਕਹਿੰਦਾ ਮੈਂ ਇਹਨੂੰ ਬੰਦ ਕਰਾਉਣਾ, ਮੈਂ ਇਹਨੂੰ ਬੰਦ ਕਰਾਉਣਾ, ਔਰ ਜਦੋਂ ਸੱਤਾ ਕਿਸੇ ਦੂਜੇ ਦੇ ਦਖਲ ਦੇਣ ਵਾਲਿਆਂ ਦੀ ਸਰਪ੍ਰਸਤੀ ਕਰਨ ਲੱਗ ਜੇ ਤਾਂ ਲਾਜ਼ਮੀ ਹੈ ਕਿ ਇੱਕ ਧਿਰ ਦੇ ਵਿੱਚ ਜਿਹਦੇ ਨਾਲ ਸੱਤਾ ਨਹੀਂ ਹੁੰਦੀ, ਇਹ ਗੱਲ ਉਸ ਲੈਵਲ 'ਤੇ ਹੋਣੀ ਸ਼ੁਰੂ ਹੋ ਜਾਂਦੀ ਹੈ। ਹੁਣ ਵੀ ਜਿਵੇਂ ਇੱਕ ਡਿਬੇਟ ਚੱਲਦੀ ਹੈ ਕਿ ਦੇਸ਼ ਦੇ ਵਿੱਚ ਇੱਕ ਕਾਨੂੰਨ ਬਣ ਗਿਆ ਸੀ 1991 ਦੇ ਵਿੱਚ ਕਿ ਜਿਹੜੀ ਵੀ ਪਾਲਿਸੀ 1947 ਤੋਂ ਪਹਿਲਾਂ ਜੋ ਚੀਜ਼ ਜਿੱਥੇ ਸੀਗੀ, ਕਿਤੇ ਤਾਂ ਸਮਝੌਤਾ ਕਰਨਾ ਹੀ ਪਊਗਾ ਨਾ, ਵੀ 47 ਨੂੰ ਡੈਡਲਾਈਨ ਮੰਨ ਲੈਂਦੇ ਆਪਾਂ ਔਰ ਕੱਟ ਆਫ ਡੇਟ, ਕਿ 47 ਤੋਂ ਪਹਿਲਾਂ ਕਿਤੇ ਮੰਦਰ ਸੀ ਮੰਦਰ ਰਹੇ, ਜਿੱਥੇ ਮਸਜਿਦ ਸੀ ਮਸਜਿਦ, ਗੁਰਦੁਆਰਾ ਸੀ ਗੁਰਦੁਆਰਾ, ਕਿਉਂਕਿ ਇਤਿਹਾਸ 'ਚ ਤਾਂ ਕਈ ਵਾਰ ਭੰਨਾ ਤੋੜਾ ਹੁੰਦੀਆਂ ਨੇ, ਕਿਤੇ ਤਾਂ ਖੜਨਾ ਪਏਗਾ, ਇਹਨੂੰ ਮੰਨ ਲਿਆ ਜਾਵੇ। ਉਹਦੇ 'ਚੋਂ ਬਾਬਰੀ ਮਸਜਿਦ ਵਾਲਾ ਕੇਸ ਬਾਹਰ ਕੱਢਿਆ ਹੋਇਆ ਸੀ, ਐਕਸੈਪਟ, ਚਲੋ ਉਹ ਕੋਰਟ ਨੇ ਜੋ ਵੀ ਕਰਤਾ ਉਸ ਲਿਹਾਜ਼ ਨਾਲ। ਹੁਣ ਨਵੇਂ ਤੋਂ ਨਵੀਆਂ ਗੱਲਾਂ ਜਿਹੜੀਆਂ ਫੇਰ ਕੀਤੀਆਂ ਜਾ ਰਹੀਆਂ ਨੇ, ਇਹ ਬੜਾ ਖਤਰਨਾਕ ਇੱਕ ਟ੍ਰੈਂਡ ਹੈ ਵੀ ਇੱਕ ਫੜ ਲਿਆ ਤੇ ਜਦ ਉਹ ਹੋ ਗਿਆ ਫਿਰ ਦੂਜਾ, ਫਿਰ ਤੀਜਾ, ਫਿਰ ਚੌਥਾ। ਇਹ ਤਾਂ ਹੁਣ ਚੁਟਕਲੇ ਵੀ ਬਣਨੇ ਸ਼ੁਰੂ ਹੋ ਗਏ ਵੀ ਇੱਕੋ ਵਾਰ ਲਿਸਟ ਬਣਾ ਲਓ ਵਾਰ-ਵਾਰ ਦੀ ਬਜਾਏ, ਤੇ ਇੱਕ ਵਾਰੀ ਫੈਸਲਾ ਕਰ ਲਓ ਜੋ ਕਰਨਾ, ਤਾਂ ਕਿ ਰੋਜ਼-ਰੋਜ਼ ਤੱਕ ਘੱਟੋ ਘੱਟ ਇਸ ਲੈਵਲ ਦੀ ਵੋਟ ਬੈਂਕ ਦੇ ਪੋਲੀਟਿਕਸ ਨਾ ਚੱਲਦੀ ਰਹੇ। ਇਸ ਲਈ ਇਹ ਜਿਹੜਾ ਮਾਹੌਲ ਹੈ, ਇਹ ਮਾਹੌਲ ਦੇ ਵਿੱਚ ਨਿਵੇਸ਼ ਵੀ ਲੋਕ ਘੱਟ ਕਰਦੇ ਨੇ, ਇਹ ਮਾਹੌਲ 'ਚ ਤਣਾਅ ਬਣਿਆ ਰਹਿੰਦਾ ਹੈ, ਇਹ ਮਾਹੌਲ ਦੇ ਵਿੱਚ ਦੇਸ਼ ਦਾ ਅਕਸ ਵੀ ਠੀਕ ਨਹੀਂ ਬਣਦਾ। ਇਹਨਾਂ ਗੱਲਾਂ ਨੂੰ ਸੋਚਣਾ ਤਾਂ ਪਊਗਾ ਕਿਉਂਕਿ ਸਾਡਾ ਸੰਵਿਧਾਨ ਵੀ ਇਹਨਾਂ ਗੱਲਾਂ 'ਤੇ ਇਜਾਜ਼ਤ ਨਹੀਂ ਦਿੰਦਾ। ਤੁਹਾਨੂੰ ਸੰਵਿਧਾਨਕ ਦਾਇਰੇ ਦੇ ਅੰਦਰ ਰਹਿ ਕੇ, ਕੱਲਾ ਅੰਦਰ ਟੈਕਨੀਕਲੀ ਰਹਿ ਕੇ ਨਹੀਂ, ਉਹਦੀ ਭਾਵਨਾ ਦੇ ਮੁਤਾਬਕ ਕੰਮ ਕਰਨਾ ਪੈਂਦਾ, ਤਾਂ ਜਾ ਕੇ ਇੱਕ ਦੇਸ਼ ਦੇ ਵਿੱਚ ਕੋਈ ਖੁਸ਼ਹਾਲੀ ਦਾ ਦੌਰ ਜਿਹੜਾ ਸ਼ੁਰੂ ਹੁੰਦਾ। ਬੀਜੇਪੀ ਨੂੰ ਇਸ ਪਾਸੇ ਸੋਚਣ ਦੀ, ਘੱਟੋ ਘੱਟ ਆਹ ਘਟਨਾ ਜੇ ਸੋਚਣ ਲਈ ਮਜਬੂਰ ਕਰਦੇ ਤਾਂ ਵੀ ਇੱਕ ਮੇਰੇ ਖਿਆਲ ਹੈ ਕਿ ਹਾਂ ਪੱਕੀ ਗੱਲ ਹੋਏਗੀ। ਜੀ ਹਮੀਰ ਜੀ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕੁਝ ਦਿਨ ਪਹਿਲਾਂ ਵੀ ਇੱਕ ਐਲਾਨ ਕੀਤਾ ਸੀ, ਗੱਲ ਕੀਤੀ ਸੀ ਵੀ ਕਿ ਸਿੱਖਾਂ ਨੂੰ ਹਥਿਆਰਬੰਦ ਲਾਇਸੈਂਸੀ ਜਿਹੜੇ ਹਥਿਆਰ ਨੇ ਉਹ ਰੱਖਣੇ ਚਾਹੀਦੇ ਨੇ। ਅੱਜ ਮੁੜ ਜਿਹੜਾ ਘੱਲੂਘਾਰਾ ਦਿਹਾੜੇ 'ਤੇ ਉਹਨਾਂ ਨੇ ਇਸ ਗੱਲ ਦਾ ਪ੍ਰਗਟਾਵਾ ਕੀਤਾ, ਉਹਨਾਂ ਨੇ ਫਿਰ ਇਹ ਗੱਲ ਦੁਹਰਾਈ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਵੀ ਕਿ ਸਿੱਖਾਂ ਨੂੰ ਜਿਹੜਾ ਹੈਗਾ ਆਧੁਨਿਕ ਹਥਿਆਰਾਂ ਦੀ ਸਿਖਲਾਈ ਵੀ ਦਿੱਤੀ ਜਾਵੇਗੀ। ਉਹਨਾਂ ਦੀ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਬਲੂ ਸਟਾਰ ਦੀ ਜਿਹੜੀ ਬਰਸੀ ਦੇ ਮੌਕੇ ਜਥੇਦਾਰ ਕੌਮ ਦੇ ਨਾਲ ਸੰਦੇਸ਼ ਦਿੰਦੇ ਨੇ, ਪਹਿਲਾਂ ਵੀ ਦਿੰਦੇ ਨੇ ਅਤੇ ਹੁਣ ਵੀ ਦਿੱਤਾ ਕਿ ਕੀ ਹੈ, ਬਿਨਾਂ ਸ਼ੱਕ ਇੱਕ ਟਕਰਾਅ ਵਾਲੀ ਇੱਕ ਮਾਨਸਿਕਤਾ ਹੁੰਦੀ ਹੈ ਇਸ ਸਮੇਂ। ਉਹਨਾਂ ਨੇ ਕਿਹਾ ਭਾਰਤੀ ਫੌਜਾਂ ਨੇ ਹਮਲਾ ਕੀਤਾ ਅਤੇ ਇੰਨੇ ਸ਼ਹੀਦ ਹੋਏ, ਉਹ ਸਾਰਾ ਕੁਝ ਆਪਣੀ ਜਗ੍ਹਾ ਹੈ, ਪਰ 2-3 ਪੁਆਇੰਟ ਜਿਹੜੇ ਕਹੇ। ਇੱਕ ਤਾਂ ਹਥਿਆਰਾਂ ਵਾਲਾ ਮਾਮਲਾ ਹੈ ਕਿ ਅਸੀਂ ਮਤਲਬ ਇੱਥੇ ਰੇਂਜਾਂ ਵੀ ਬਣਨੀਆਂ ਚਾਹੀਦੀਆਂ ਨੇ, ਫਾਇਰਿੰਗ ਰੇਂਜ, ਜਿੱਥੇ ਆਧੁਨਿਕ ਹਥਿਆਰਾਂ ਦੀ ਟ੍ਰੇਨਿੰਗ ਦਿੱਤੀ ਜਾ ਸਕੇ। ਜਦ ਕਿ ਦੂਜਾ ਪਹਿਲੂ ਇਹ ਕਿ ਦੁਨੀਆ ਪੱਧਰ ਦੇ ਉੱਤੇ ਵੀ ਅਤੇ ਸਾਡੇ ਇੱਥੇ ਵੀ ਨੋਰਮਲੀ ਜਿਹੜਾ ਲੋਕਾਂ ਦਾ ਜਨਰਲ ਸੋਚ ਦਾ ਵਰਤਾਰਾ ਹੈ ਉਹ ਉਸ ਪਾਸੇ ਨੂੰ ਜਾਂਦਾ ਕਿ ਹਥਿਆਰਾਂ ਦੀ ਦੌੜ ਅਤੇ ਹਥਿਆਰਾਂ ਦੀ ਗੱਲ ਘਟਣੀ ਚਾਹੀਦੀ ਹੈ। ਅਮਨ ਸ਼ਾਂਤੀ ਦੀ ਗੱਲ, ਇੱਕ ਜਨਰਲੀ ਸੁਰੱਖਿਆ ਦੇ ਮਾਹੌਲ ਦੀ ਗੱਲ ਜ਼ਿਆਦਾ ਹੋਣੀ ਚਾਹੀਦੀ ਹੈ। ਇੱਕ ਤਾਂ ਉਹ ਪਾਸਾ ਹੈ ਉਹਦਾ, ਅਤੇ ਦੂਜੀ ਗੱਲ ਇਹ ਹੈ ਕਿ ਜਥੇਦਾਰ ਸਾਹਿਬ ਨੇ ਇਹ ਵੀ ਨਾਲ ਕਿਹਾ ਕਿ ਇੱਥੇ ਈਸਾਈਆਂ ਦੇ ਉਹ ਵੱਧ ਰਿਹਾ ਹੈ, ਮਤਲਬ ਗਿਰਜੇ ਵੱਧ ਰਹੇ ਨੇ, ਬਾਕੀ ਹੈ ਉਹਨੂੰ ਧਿਆਨ ਨਾਲ ਦੇਖਣਾ ਚਾਹੀਦਾ ਬੜਾ। ਸਾਡੇ ਜਿਹੜੇ ਪ੍ਰਚਾਰਕ ਨੇ, ਸਿੱਖ ਪ੍ਰਚਾਰਕ, ਇਹਨਾਂ ਨੂੰ ਖਾਸ ਤੌਰ 'ਤੇ ਬਾਰਡਰ ਏਰੀਏ 'ਚ ਇੱਧਰ ਉੱਧਰ ਜਾਣਾ ਚਾਹੀਦਾ। ਇਹ ਜਿਹੜਾ ਸਵਾਲ ਹੈ, ਇਹ ਸਵਾਲ ਵੀ ਹੈ ਕਿ ਜੇ ਫਿਰ ਇੱਕ ਧਰਮ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ ਤਾਂ ਦੂਜੇ ਨੂੰ ਵੀ ਹੱਕ ਹੈ, ਸਭ ਨੂੰ ਹੀ ਹੱਕ ਹੈ। ਫਿਰ ਤਾਂ ਬਰਾਬਰੀ ਦਾ ਸਵਾਲ, ਤਾਂ ਜਿੱਥੇ ਸਰਬੱਤ ਦੇ ਭਲੇ ਦੀ ਗੱਲ ਹੈ, ਜਿੱਥੇ ਸਭ ਨੂੰ ਬਰਾਬਰੀ ਦਾ ਸਵਾਲ ਹੈ। ਅਤੇ ਦੂਜੀ ਗੱਲ, ਕੀ ਅੱਜ ਇੱਥੇ ਘੱਟ ਗਿਣਤੀਆਂ ਨੂੰ ਈਸਾਈ ਤੋਂ ਖਤਰਾ ਹੈ, ਈਸਾਈ ਧਰਮ ਤੋਂ, ਜਾਂ ਬਾਕੀ ਕੋਈ ਮਾਮਲਾ? ਅੱਜ ਈਸਾਈਅਤ ਦੀ ਸੱਤਾ ਹੈ ਸਾਡੇ ਦੇਸ਼ ਦੇ ਵਿੱਚ, ਜਾਂ ਉਹਨਾਂ ਦੀ ਗਿਣਤੀ ਦੇਸ਼ ਦੇ ਵਿੱਚ ਇਹੋ ਜਿਹੀ ਹੈ, ਜਾਂ ਇੰਨੀ ਹੋ ਜਾਏਗੀ? ਕੀ ਇਹ ਅੱਜ ਦੇ ਦੌਰ ਦਾ ਸਵਾਲ ਹੈ ਜਾਂ ਅੱਜ ਸਭ ਤੋਂ ਜ਼ਿਆਦਾ ਜਿਹੜਾ ਸਵਾਲ ਹੈ ਉਹ ਖੜਾ ਹੈ, ਜਿਹੜੀ ਬਹੁ ਗਿਣਤੀਵਾਦ ਹੈ
ਜਿਹੜੇ ਸੈਂਟੀਮੈਂਟ ਨੂੰ ਆਰਐਸਐਸ ਤੇ ਇਹ ਵਰਤਦੀਆਂ ਨੇ ਬੀਜੇਪੀ, ਉਹਦੇ ਤੇ ਗੱਲ ਕਰਨ ਦਾ ਸਵਾਲ ਹੈ ਜੀ ਬਿਲਕੁਲ। ਔਰ ਗੱਲ ਜੇ ਉਹਦੇ ਤੇ ਨਹੀਂ ਕਰਦੇ ਤਾਂ ਜਿਹੜੇ ਧਰਮ ਪਰਿਵਰਤਨ ਦੇ ਕਾਨੂੰਨ ਆ ਰਹੇ ਨੇ, ਤਾਂ ਆਰਐਸਐਸ ਦਾ ਏਜੰਡਾ ਸਾਰੀਆਂ ਦੇਸ਼ਾਂ 'ਚ ਧਰਮ ਪਰਿਵਰਤਨ ਦੇ ਸਾਰੇ ਸੂਬਿਆਂ 'ਚ ਕਾਨੂੰਨ ਬਣ ਰਹੇ ਨੇ, ਔਰ ਪੰਜਾਬ 'ਚ ਵੀ ਫਿਰ ਤੁਸੀਂ ਮੰਗ ਕਰੋਗੇ ਬਣਨਗੇ। ਤੇ ਕੱਲ੍ਹ ਨੂੰ ਇਹ ਸਾਰੀਆਂ ਘੱਟ ਗਿਣਤੀਆਂ 'ਤੇ ਆਉਣਾ। ਕੱਲ੍ਹ ਨੂੰ ਪੰਜ ਪਿਆਰਿਆਂ ਨੂੰ ਫੜ ਕੇ ਉਹ ਅੰਦਰ ਵੀ ਤੁਸੀਂ ਦੂਜਿਆਂ ਨੂੰ ਧਰਮ ਪਰਿਵਰਤਨ ਤਾਂ ਨਹੀਂ ਕਰਾ ਰਹੇ, ਕਿਹਨੂੰ ਆਪਦੇ 'ਚ ਸ਼ਾਮਲ ਕਰਾ ਰਹੇ ਹੋ? ਇਹ ਹਰ ਧਰਮ 'ਤੇ ਹੀ ਪਊਗਾ ਫਿਰ। ਜੀ ਬਿਲਕੁਲ। ਮਤਲਬ ਅਸੀਂ ਇਹੋ ਜਿਹਾ ਮਾਹੌਲ ਜਿਹੜਾ ਬਣਾਉਣਾ ਚਾਹੁੰਦੇ ਹਾਂ। ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਇਹ ਗੱਲ ਉਹਦੇ ਨਾਲ ਜੁੜਦੀ ਜੜਦੀ ਹੈ ਜਿਹੜੀ ਉੱਥੋਂ ਆ ਕੇ ਚੱਲਦੀ ਹੈ, ਆਰਐਸਐਸ ਦੇ ਉਹ ਸਾਰੇ ਵਰਤਾਂਤ ਦੇ ਨਾਲ। ਇੱਕ ਹਾਂ, ਜਥੇਦਾਰ ਸਾਹਿਬ ਨੂੰ ਕੋਈ ਪਿੱਛੋਂ ਰਾਏ ਕੋਈ ਹੋਰ ਦਿੰਦਾ ਹੈ, ਕਿਹਦਾ ਦਬਾਅ ਹੈ, ਕੀ ਹੈ, ਇਹ ਇੱਕ ਅਲੱਗ ਸਵਾਲ ਹੈ। ਇੱਕ ਉਹਨਾਂ ਨੇ ਹੋਰ ਗੱਲ ਕੀਤੀ ਹੈ ਜਿਹੜੀ ਕਾਫੀ ਨਾਲੇ ਉਹਨਾਂ ਨੇ ਕਿਹਾ ਕਿ ਤੁਸੀਂ ਦੁਨੀਆ ਦੇ ਵਿੱਚ ਫੈਲੇ ਹੋ ਅਤੇ ਦੁਨੀਆ ਭਰ ਦੇ ਵਿੱਚ ਧਰਮ ਮਜ਼ਬੂਤ ਹੋਏਗਾ ਤਾਂ ਸਿਆਸਤ ਮਜ਼ਬੂਤ ਹੋਏਗੀ, ਜੇ ਅਰਥ ਵਿਵਸਥਾ ਮਜ਼ਬੂਤ ਹੋਏਗੀ ਤਾਂ ਸਿਆਸਤ ਮਜ਼ਬੂਤ ਹੋਏਗੀ। ਇਸ ਲਈ ਸਿੱਖਾਂ ਨੂੰ ਕੀ ਕਰਨਾ ਚਾਹੀਦਾ? ਦੁਨੀਆ ਦੀ ਆਰਥਿਕਤਾ 'ਤੇ ਕਬਜ਼ਾ ਕਰਨਾ ਚਾਹੀਦਾ ਜੀ। ਮੈਨੂੰ ਲੱਗਦਾ ਜਾਂ ਤਾਂ ਸ਼ਬਦਾਂ ਦੀ ਚੋਣ ਦਾ ਹੀ ਫਰਕ ਹੈ, ਉਹ ਇਹ ਭਾਵਨਾ ਉਹਨਾਂ ਦੀ ਇਹ ਨਹੀਂ ਹੋਣੀ। ਪਰ ਜੇ ਭਾਵਨਾ ਵੀ ਇਹੀ ਹੋਵੇ ਕਿ ਤੁਸੀਂ ਸਾਰੇ ਦੇਸ਼ਾਂ 'ਚ ਆਰਥਿਕ ਕਬਜ਼ਾ ਕਰ ਲਓ ਜਾ ਕੇ, ਉਹ ਕਿਵੇਂ ਦੇਖਣਗੇ ਸਾਡੇ ਇੰਡੀਅਨ ਜਿਹੜੇ ਬੰਦੇ ਇੱਧਰੋਂ ਸਿੱਖ ਜਾਣਗੇ, ਉਹਨਾਂ ਪ੍ਰਤੀ ਵੱਖ-ਵੱਖ ਲੋਕ ਕਿਵੇਂ ਦੇਖਣਗੇ, ਕਿਹੜੇ ਨਜ਼ਰੀਏ ਨਾਲ ਦੇਖਿਆ ਕਰਨਗੇ ਕਿ ਯਾਰ ਅੱਛਾ ਤੁਹਾਡੇ ਮਨ ਦੇ ਵਿੱਚ ਕਬਜ਼ਾ ਦਾ ਇੱਕ ਕੁਐਸਚਨ ਹੈ। ਜਦ ਕਿ ਮੈਨੂੰ ਇਹ ਲੱਗਦਾ ਹੁੰਦਾ ਕਿ ਸਿੱਖੀ ਦਾ ਜਿਹੜਾ ਇੱਕ ਬਹੁਤ ਖੁੱਲ੍ਹਾ ਮੋਕਲਾ ਸਿਧਾਂਤ ਹੈ, ਉਹ ਕਬਜ਼ੇ ਤੋਂ ਕੋਹਾਂ ਦੂਰ ਉਹ ਸਮੁੱਚੀ ਵੈਲਫੇਅਰ ਲਈ ਹੈ, ਕਾਇਨਾਤ ਦੀ ਵੈਲਫੇਅਰ ਲਈ, ਸਾਰੇ ਲੋਕਾਂ ਦੀ। ਅਤੇ ਉਹ ਡਿਫੈਂਸਿਵ ਤਾਂ ਹੈ, ਜੇ ਕੋਈ ਧੱਕਾ ਕਰਦਾ ਜੁਰਮ ਦੇ ਖਿਲਾਫ ਖੜ੍ਹੇ ਹੋਣ ਦੀ, ਹਰ ਗੱਲ 'ਤੇ ਮਤਲਬ ਇੱਕ ਚੰਗਾ ਇਨਸਾਨ ਬਣਨ ਦੀ, ਉਹ ਇੱਕ ਪਹਿਲੂ ਹੈ। ਇਹ ਕਿਤੇ ਨਾ ਕਿਤੇ ਉਖੜੇ ਜਿਹੇ ਬਿਆਨ ਥੋੜ੍ਹੇ ਜਿਹੇ ਨਜ਼ਰ ਆ ਰਹੇ ਨੇ। ਕੋਈ ਨਾ ਕੋਈ ਗੱਲ ਇਹਦੇ ਪਿੱਛੇ ਕੀ ਹੈ ਉਹ ਅਲੱਗ ਸਵਾਲ ਹੈ, ਪਰ ਇਹਦੇ 'ਤੇ ਮੰਥਨ ਹੋਣਾ ਚਾਹੀਦਾ, ਕਿਉਂਕਿ ਇੱਕ ਐਡੇ ਵੱਡੇ ਪਦਵੀ 'ਤੇ ਬੈਠੇ ਬੰਦੇ ਨੇ ਕਿਹਾ ਹਥਿਆਰਾਂ ਵਾਲੀ ਗੱਲ 'ਤੇ ਵੀ ਅੱਧੇ ਹਮਾਇਤੀ ਵੀ ਹੋਣਗੇ ਅਤੇ ਅੱਧੇ ਉਹਦੇ 'ਤੇ ਕਾਊਂਟਰ ਵੀ ਕਰ ਦੂਜੀਆਂ ਗੱਲਾਂ 'ਤੇ ਵੀ। ਇਹ 'ਤੇ ਇੱਕ ਸੱਭਿਅਕ ਸਮਾਜ ਮਤਲਬ ਸਿਰਜਣ ਦੇ ਵਾਸਤੇ ਸੰਵਾਦ ਹੋਣਾ ਚਾਹੀਦਾ। ਗੁਰੂ ਨਾਨਕ ਸਾਹਿਬ ਨੇ ਵੀ ਸਾਨੂੰ ਇਹੀ ਰਸਤਾ ਦੱਸਿਆ ਕਿ ਜਬ ਲਗ ਦੁਨੀਆ ਰਹੀਏ ਨਾਨਕ, ਕਿਛ ਸੁਣੀਏ ਕਿਛ ਕਹੀਏ। ਸਾਨੂੰ ਸੰਵਾਦ ਦੇ ਰਸਤੇ ਦੇ ਨਾਲ ਹੀ ਸਾਰੀ ਕਮਿਊਨਿਟੀ ਦੇ ਵਿੱਚ ਵੀ, ਕਮਿਊਨਿਟੀ ਤੋਂ ਬਾਹਰ ਵੀ ਆਪਸਦਾਰੀ ਦੇ ਵਿੱਚ ਗੱਲਬਾਤ ਦਾ ਰਾਹ ਅਪਣਾਉਣਾ ਚਾਹੀਦਾ, ਤਾਂ ਕਿ ਕਿਸੇ ਸਹਿਮਤੀ ਵਾਲੇ ਨਤੀਜੇ ਤੱਕ ਅਸੀਂ ਪਹੁੰਚ ਸਕੀਏ। ਜੀ, ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।